उत्तम खेती ਦੇ ਖਾਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਸੋ ਅੱਜ ਦੇ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਨਰਮੇ ਦੀ ਫਸਲ ਬਾਰੇ। ਪੰਜਾਬ ਦੇ ਦੱਖਣ ਪੱਛਮੀ ਜ਼ਿਲ੍ਹਿਆਂ ਵਿੱਚ ਨਰਮਾ ਸੋਣੀ ਦੀ ਦੂਜੀ ਵੱਡੀ ਰਵਾਇਤੀ ਫਸਲ ਹੈ ਔਰ ਜਿਸ ਕਰਕੇ ਇਹ ਸੂਬੇ ਦੇ ਇਲਾਕਿਆਂ ਨੂੰ ਕੋਟਨ ਬੈਲਟ ਯਾਨੀ ਕਿ ਨਰਮਾ ਪੱਖੀ ਵਜੋਂ ਜਾਣਿਆ ਜਾਂਦਾ ਹੈ। ਸੋ ਇਸ ਸਮੇਂ ਅਸੀਂ ਮੌਜੂਦ ਹਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਖੇਤੀ ਖੋਜ ਕੇਂਦਰ ਫਰੀਦਕੋਟ। ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹਿਣਗੇ ਨਰਮੇ ਦੇ ਮਾਹਰ ਡਾਕਟਰ ਕੁਲਵੀਰ ਸਿੰਘ। सर स्वागत है तुहाडा बहुत बहुत धन्यवाद। सर सब तो पहला साडा सवाल है कि जो किसान वीर पुछना चाहते हैं कि नरमे कपाह की बिजाई लई ढुकवां समा किहड़ा ਮਨਿੰਦਰ ਜੀ ਨਰਮੇ ਤੇ ਕਪਾਹ ਦੀ ਬਿਜਾਈ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਾਰੇ ਦਾ ਸਾਰਾ ਮਹੀਨਾ ਅਪ੍ਰੈਲ जी ਅਤੇ ਆਉਣ ਵਾਲੇ ਮਹੀਨੇ ਦੀ 15 ਤਰੀਕ ਤੱਕ ਜਿਹੜੀ ਹੈਗੀ ਸਿਫਾਰਿਸ਼ ਕੀਤੀ ਗਈ ਹੈ। ਸੋ 15 ਮਈ ਤੋਂ ਬਾਅਦ ਖੇਤੀਬਾੜੀ ਯੂਨੀਵਰਸਿਟੀ ਨਰਮਾ ਜਾਂ ਕਪਾਹ ਕਾਸ਼ਤ ਕਰਨ ਦੀ ਜਿਹੜੀ ਹੈਗੀ ਹੈ ਉਹਨੂੰ ਡਿਸਕਰੇਜ ਕਰਦੀ ਹੈ ਕਿਉਂਕਿ ਪਛੇਤੀ ਬਿਜਾਈ ਦੇ ਨਾਲ ਜਿਹੜਾ ਹੈਗਾ ਝਾੜ ਘਟਦਾ ਹੈ ਕਿਉਂਕਿ ਕੀੜਿਆਂ ਦਾ ਹਮਲਾ ਵੱਧ ਜਾਂਦਾ ਹੈ जी ਸੋ ਅਪ੍ਰੈਲ ਦਾ ਸਾਰਾ ਮਹੀਨਾ ਉਸ ਤੋਂ ਲੈ ਕੇ 15 ਮਈ ਤੱਕ ਜਿਹੜਾ ਹੈਗਾ ਸਭ ਤੋਂ ਵੱਧ ਝਾੜ ਲੈਣ ਵਾਸਤੇ ਢੁਕਵਾਂ ਸਮਾਂ ਹੈ। ਸੋ ਡਾਕਟਰ ਸਾਹਿਬ ਪੰਜਾਬ ਦੀ ਜਿਹੜੀ ਇਹ ਫਸਲ ਦੀ ਪੰਜਾਬ ਦੇ ਦੱਖਣ ਪੱਛਮੀ ਜ਼ਿਲ੍ਹਿਆਂ ਵਿੱਚ ਇਹ ਮਹੱਤਤਾ ਕੀ ਹੈ ਸੀ ਸਾਰੀ ਇਹਦੀ? ਮਨਿੰਦਰ ਜੀ ਪੰਜਾਬ ਦੇ ਦੱਖਣੀ ਪੱਛਮੀ ਜ਼ਿਲ੍ਹਿਆਂ ਵਾਸਤੇ ਨਰਮੇ ਤੇ ਕਪਾਹ ਦੀ ਵਿਸ਼ੇਸ਼ ਮਹੱਤਤਾ ਹੈ। ਇੱਥੇ ਤੁਹਾਡੀ ਜਾਣਕਾਰੀ ਵਾਸਤੇ ਮੈਂ ਦੱਸਣਾ ਚਾਹੁੰਦਾ ਵੀ ਇਹ ਜਿਹੜੇ ਦੱਖਣੀ ਪੱਛਮੀ ਜ਼ਿਲ੍ਹੇ ਨੇ ਇਹਨਾਂ ਦੇ ਵਿੱਚ ਮਾੜਾ ਪਹਿਲੂ ਇਹ ਹੈ ਕਿ ਇਹਨਾਂ ਦਾ ਧਰਤੀ ਹੇਠਲਾ ਪਾਣੀ ਮਾੜਾ ਹੈ। ਕਹਿਣ ਤੋਂ ਭਾਵ ਉਹ ਫਸਲਾਂ ਦੀ ਕਾਸ਼ਤ ਵਾਸਤੇ ਢੁਕਵਾਂ ਨਹੀਂ। ਫਸਲਾਂ ਨੂੰ ਜਦੋਂ ਅਸੀਂ ਲਗਾਉਂਦੇ ਹਾਂ ਤਾਂ ਫਸਲਾਂ ਜਲ ਜਾਂਦੀਆਂ ਕਿਉਂਕਿ ਉਹਦੇ 'ਚ ਲੂਣ ਜਾਂ ਖਾਰਾਪਣ ਬਹੁਤ ਜ਼ਿਆਦਾ ਹੈ। ਸੋ ਅਜਿਹੇ ਹਾਲਾਤ 'ਚ ਅਸੀਂ ਉਹ ਫਸਲ ਚੁਣਦੇ ਹਾਂ ਜਿਹਦੀ ਪਾਣੀ ਦੀ ਲੋੜ ਘੱਟ ਤੋਂ ਘੱਟ ਹੋਵੇ। ਸੋ ਉਹਦੇ ਬਦਲ ਦੇ ਵਜੋਂ ਨਰਮੇ ਤੇ ਕਪਾਹ ਦੀ ਹੀ ਇੱਕ ਇਹੋ ਜਿਹੀ ਫਸਲ ਹੈ ਜਿਹੜੀ ਘੱਟ ਤੋਂ ਘੱਟ ਪਾਣੀ ਲੈ ਕੇ ਵੱਧ ਤੋਂ ਵੱਧ ਝਾੜ ਦਿੰਦੀ ਹੈ। ਸੋ ਇਸ ਕਰਕੇ ਸਾਰਾ ਦੱਖਣੀ ਪੱਛਮੀ ਇਲਾਕਾ ਜਿਹਦੇ ਵਿੱਚ ਆਪਣਾ ਫਰੀਦਕੋਟ, ਫਾਜ਼ਿਲਕਾ, ਬਠਿੰਡਾ, ਮੁਕਤਸਰ, ਮਾਨਸਾ ਇਹ ਜਿਹੜੇ ਜ਼ਿਲ੍ਹੇ ਆਉਂਦੇ ਨੇ ਇਹ ਇਸ ਫਸਲ ਵਾਸਤੇ ਬਹੁਤ ਢੁਕਵੇਂ ਨੇ। ਸਰ ਆਪਣਾ ਦੂਜਾ ਸਵਾਲ ਹੈ ਕਿ ਨਰਮੇ ਕਪਾਹ ਦੀ ਕਾਸ਼ਤ ਲਈ ਜਿਹੜੀ ਖੇਤ ਦੀ ਮੁੱਢਲੀ ਤਿਆਰੀ ਇਹ ਕਿਵੇਂ ਕਰਨੀ ਚਾਹੀਦੀ ਹੈ? ਮੁੱਖ ਤੌਰ ਤੇ ਮਨਿੰਦਰ ਜੀ ਪੰਜਾਬ ਦੇ ਵਿੱਚ ਨਰਮੇ ਤੇ ਕਪਾਹ ਦੀ ਕਾਸ਼ਤ ਕਣਕ ਜਿਹੜੀ ਹੈਗੀ ਹੈ ਦੀ ਵਾਢੀ ਮਗਰੋਂ ਹੁੰਦੀ ਹੈ ਕਿਉਂਕਿ ਕਣਕ ਹੀ ਬਹੁਤੇ ਖੇਤਾਂ 'ਚ ਹੁੰਦੀ ਹੈ। ਹਾਲਾਂਕਿ ਇਸ ਸਾਲ ਥੋੜ੍ਹਾ ਜਿਹਾ ਰਕਬਾ ਜਿਹੜਾ ਹੈਗਾ ਤੇਲ ਬੀਜਾਂ ਯਾਨੀ ਕਿ ਸਰੋਂ ਦੀ ਫਸਲ ਦੇ ਥੱਲੇ ਵੀ ਆਇਆ। ਸੋ ਜੇ ਮੈਂ ਕਣਕ ਨੂੰ ਮੁਖਾਤਿਬ ਹੋ ਕੇ ਗੱਲ ਕਰਾਂ ਤਾਂ ਕਣਕ ਦੀ ਹੁਣ ਇਸ ਵੇਲੇ ਤੂੜੀ ਬਣ ਰਹੀ ਹੈ। ਲੋਕ ਆਪਣਾ ਖੇਤ ਵਿਹਲੇ ਹੋ ਰਹੇ ਨੇ। ਜਦੋਂ ਤੂੜੀ ਬਣ ਗਈ ਹੈ ਤਾਂ ਜ਼ਿਮੀਂਦਾਰਾਂ ਨੂੰ ਚਾਹੀਦਾ ਵੀ ਉਹ ਆਪਣੇ ਖੇਤ ਦੇ ਵਿੱਚ 2 ਵਾਰੀ ਡਿਸਕ ਹੈਰੋ ਜਾਂ ਜਿਹੜਾ ਹੈਗਾ ਤਵੀਆਂ ਜਾਂ ਕਲਟੀਵੇਟਰ ਚਲਾਉਣ। ਖਾਸ ਕਰਕੇ ਜਿਹੜੇ ਭਾਰੇ ਵਾਹਣ ਨੇ ਉਹਨਾਂ ਦੇ ਵਿੱਚੋਂ ਤਹਿ ਤੋੜ ਹਾਲ ਵੀ ਜ਼ਰੂਰ ਫੇਰਨ ਕਿਉਂਕਿ ਉਹਦੇ ਨਾਲ ਤੁਹਾਡੀ ਡੂੰਘਾਈ ਤੱਕ ਜਿਹੜੀ ਹੈਗੀ ਫਸਲ ਜਿਹੜੀ ਤੁਹਾਡੀ ਮਿੱਟੀ ਦੀ ਤਹਿ ਉਹ ਫਟ ਜਾਂਦੀ ਹੈ। ਉਹਦੇ ਨਾਲ ਪਾਣੀ ਖੜਾ ਹੋਣ ਦੀ ਜਿਹੜੀ ਸਮੱਸਿਆ ਉਹ ਹੱਲ ਹੋ ਜਾਂਦੀ ਹੈ। ਸੋ ਜਦੋਂ ਵੀ ਆਪਾਂ ਨੇ ਖੇਤ ਦੀ ਤਿਆਰੀ ਕਰਨੀ ਹੈ ਤਾਂ ਕਲਟੀਵੇਟਰ ਜਾਂ ਤਵੀਆਂ ਉਸ ਤੋਂ ਉਪਰੰਤ ਜਿਹੜਾ ਹੈਗਾ ਤਹਿ ਤੋੜ ਹਾਲ ਜਿੱਥੇ ਪਾਣੀ ਖੜਨ ਦੀ ਸਮੱਸਿਆ ਉੱਥੇ ਜ਼ਰੂਰ ਚਲਾਉਣਾ। ਇਸ ਤੋਂ ਉਪਰੰਤ ਹੀ ਆਪਾਂ ਖੇਤ ਨੂੰ ਜਿਹੜਾ ਹੈਗਾ ਭਰਵੀਂ ਰੌਣੀ ਦੇਣੀ ਹੈ ਜਿਹਨੂੰ ਆਪਾਂ ਕਹਿੰਦੇ ਨੇ ਵੀ ਡੱਕ ਕੇ ਪਾਣੀ ਲਾਉਣਾ ਔਰ ਕੋਸ਼ਿਸ਼ ਕਰਨੀ ਕਿਸਾਨ ਵੀਰਾਂ ਨੇ ਕਿ ਆਪਾਂ ਪਾਣੀ ਜਿਹੜਾ ਹੈਗਾ ਪਹਿਲਾਂ ਉਹ ਨਹਿਰ ਦਾ ਜਾਂ ਚੰਗੀ ਕੁਆਲਿਟੀ ਦਾ ਲਾਈਏ। ਡਾਕਟਰ ਸਾਹਿਬ ਗੱਲ ਕਰੀਏ ਕਿ ਨਦੀਨ ਦੀ ਬੜੀ ਸਮੱਸਿਆ ਹੈ, ਖਾਸ ਕਰਕੇ ਉਹ ਨਿਜਾਤ ਕਿਵੇਂ ਪਾਈ ਜਾ ਸਕਦੀ ਹੈ ਨਦੀਨ ਤੋਂ? ਨਦੀਨਾਂ ਦੀ ਸਮੱਸਿਆ ਮਨਿੰਦਰ ਜੀ ਆਮ ਕਰਕੇ ਸਾਉਣੀ ਵਾਲੀ ਫਸਲਾਂ 'ਚ ਜ਼ਿਆਦਾ ਹੁੰਦੀ ਹੈ ਹਾੜੀ ਨਾਲੋਂ। ਜੀ ਹੁਣ ਜੇ ਆਪਾਂ ਇਹਨਾਂ ਦੀ ਰੋਕਥਾਮ ਦੀ ਗੱਲ ਕਰੀਏ ਸਾਡੇ ਕੋਲੇ ਉਹਦੇ ਵਾਸਤੇ 2-3 ਤਰੀਕੇ ਨੇ। ਕੁਝ ਤਰੀਕੇ ਰਸਾਇਣਿਕ ਨੇ ਜਿਹਦੇ 'ਚ ਅਸੀਂ ਕੈਮੀਕਲ ਵਰਤ ਲੈਂਦੇ ਹਾਂ। ਕੁਝ ਹੁੰਦੇ ਆ ਵੀ ਜਿਹੜੇ ਕਿ ਫਸਲੀ ਸਿਫਾਰਸ਼ਾਂ ਜਾਂ ਉਹ ਢੰਗ ਤਰੀਕੇ ਜਿਹਨੂੰ ਅਸੀਂ ਕਾਸ਼ਤਕਾਰੀ ਢੰਗ ਤਰੀਕੇ ਜਿਵੇਂ ਕਿ ਗੋਡੀ ਵਗੈਰਾ ਹੋ ਗਈ। ਜੀ ਥੋੜ੍ਹਾ ਜਿਹਾ ਇਸ 'ਤੇ ਲੰਬਾ ਸਵਾਲ ਜਾਊਗਾ। ਜੀ ਜਿੱਥੇ ਤੱਕ ਕੈਮੀਕਲ ਤਰੀਕੇ ਦੀ ਗੱਲ ਹੈ ਉਹ 'ਚ ਸਾਡੇ ਕੋਲੇ 2-3 ਤਰ੍ਹਾਂ ਦੇ ਕੈਮੀਕਲ ਨੇ। ਪਹਿਲਾ ਕੈਮੀਕਲ ਉਹ ਹੈ ਜਿਹੜਾ ਕਿ ਅਸੀਂ ਬਿਜਾਈ ਤੋਂ 24 ਘੰਟੇ ਦੇ ਅੰਦਰ ਅੰਦਰ ਵਰਤਣਾ ਹੈ। ਇਸ ਦਵਾਈ ਦਾ ਨਾਂ ਸਟੌਂਪ ਹੈ ਜਿਹੜੀ ਕਿ 30 ਤਾਕਤ ਦੀ ਦਵਾਈ ਹੈ ਔਰ ਇਹ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਂਦੀ ਹੈ। ਇਸ ਨੂੰ ਵਰਤਣ ਦਾ ਤਰੀਕਾ ਇਹ ਹੈ ਵੀ ਜਦੋਂ ਆਪਾਂ ਬਿਜਾਈ ਮੁਕੰਮਲ ਕਰ ਲਈ ਹੈ ਤਾਂ ਬਿਜਾਈ ਤੋਂ 24 ਘੰਟਿਆਂ ਦੇ ਅੰਦਰ ਅੰਦਰ ਆਪਾਂ ਨੇ 1 ਲੀਟਰ ਸਟੌਂਪ ਲੈ ਕੇ ਉਸ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰਨਾ ਹੈ। ਇਹ ਸਪਰੇਅ ਕਰਨ ਨਾਲ ਸਾਡੇ ਖੇਤਾਂ ਦੇ ਵਿੱਚ ਤਕਰੀਬਨ 1 ਤੋਂ 1.5 ਮਹੀਨਾ ਕੋਈ ਵੀ ਨਦੀਨਾਂ ਦੀ ਸਮੱਸਿਆ ਨਹੀਂ ਆਉਂਦੀ। ਕੁਝ ਵਾਰੀ ਕੀ ਹੋ ਜਾਂਦਾ ਵੀ ਖੇਤਾਂ 'ਚ ਬਾਰਿਸ਼ਾਂ ਆ ਗਈਆਂ ਜਾਂ ਬਰਸਾਤਾਂ ਦੇ ਦੌਰਾਨ ਸਾਡੇ ਕੋਲੇ ਖੇਤ 'ਚ ਗੋਡੀ ਜਾਂ ਟਰੈਕਟਰ ਵੀ ਨਹੀਂ ਚੱਲ ਸਕਦਾ ਤਾਂ ਉਸ ਸਾਲ ਦੇ ਵਿੱਚ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਗਈ ਹੈ ਇੱਕ ਦਵਾਈ ਜਿਸ ਦਾ ਨਾਂ ਹਿੱਟਵੀਡ ਮੈਕਸ ਹੈ। ਇਹ ਮਨਿੰਦਰ ਜੀ ਸਿਰਫ ਅੱਧਾ ਲੀਟਰ ਪੈਂਦੀ ਹੈ ਔਰ ਇਸ ਦਵਾਈ ਦੀ ਖਾਸੀਅਤ ਇਹ ਹੈ ਕਿ ਨਰਮੇ ਨੂੰ ਕੁਝ ਨਹੀਂ ਕਹਿੰਦੀ ਪਰੰਤੂ ਉਸ ਤੋਂ ਇਲਾਵਾ ਖੇਤ 'ਚ ਜੋ ਵੀ ਹਰਾ ਮਾਦਾ ਹੋਊਗਾ ਚਾਹੇ ਉਹ ਕੋਈ ਫਸਲ ਹੈ ਜਾਂ ਨਦੀਨ ਹੈ ਉਹ ਸਾਰਾ ਖਤਮ ਕਰ ਦਊਗੀ। ਕਹਿਣ ਤੋਂ ਭਾਵ ਨਰਮੇ ਵਾਸਤੇ ਸੇਫ ਹੈ
ਔਰ ਇਸ ਦਵਾਈ ਦਾ ਨਾਮ ਹਿਟਵੀਡ ਮੈਕਸ ਹੈ। ਇਹ ਅੱਧਾ ਲੀਟਰ ਪ੍ਰਤੀ ਏਕੜ ਪੈਂਦੀ ਹੈ ਜੀ। ਸੋ ਤੁਹਾਡਾ ਸਮਾਂ ਅਸੀਂ ਵੱਧ ਲੈਣਾ ਕਿਉਂਕਿ ਸਾਡੇ ਕੋਲ ਸਵਾਲ ਅਸੀਂ ਨੋਟਪੈਡ ਤੇ ਲਿਖੇ ਹੋਏ ਨੇ ਕਿਉਂਕਿ ਕਿਸਾਨਾਂ ਨੂੰ ਜਾਣਨਾ ਬਹੁਤ ਜ਼ਰੂਰੀ ਨੇ ਸਵਾਲ। ਸੋ ਅਗਲਾ ਸਵਾਲ ਹੈ ਕਿ ਖੇਤੀ ਯੂਨੀਵਰਸਿਟੀ ਵੱਲੋਂ ਆਮ ਕਿਸਮਾਂ, ਦੋ ਗਲੀਆਂ ਜਾਂ BT ਕਿਸਮਾਂ ਨੂੰ ਕਿਸ ਫਾਸਲੇ ਤੇ ਬੀਜਣ ਦੀ ਸਿਫਾਰਿਸ਼ ਕੀਤੀ ਗਈ ਹੈ? ਖੇਤੀਬਾੜੀ ਯੂਨੀਵਰਸਿਟੀ ਵੱਲੋਂ 2-3 ਕਿਸਮਾਂ ਦੀ ਜਿਹੜੀ ਹੈਗੀ ਸਿਫਾਰਿਸ਼ ਕੀਤੀ ਗਈ ਹੈ, ਕਿਉਂਕਿ ਮੁੱਢਲੀ ਤੌਰ ਤੇ ਜੇ ਅਸੀਂ ਵੰਡੀਏ ਤਾਂ ਨਰਮਾ ਜਿਹੜਾ ਹੈਗਾ ਅਮਰੀਕਨ ਕਾਟਨ ਨੂੰ ਕਹਿੰਦੇ ਆ ਜੀ। ਕਪਾਹ ਅਸੀਂ ਜਿਹੜੀ ਦੇਸੀ ਕਪਾਹ ਜਿਸ ਨੂੰ ਅਸੀਂ ਆਰਬੋਰੀਅਮ ਕਹਿੰਦੇ ਆ ਜੀ, ਉਸ ਦੀ ਜਿਹੜੀ ਸ਼ੈਲੀ ਵੱਖਰੀ ਹੈ, ਉਹ ਬੇਸਿਕਲੀ ਆਪਣੇ ਇਸ ਏਰੀਏ ਦੀ ਹੀ ਹੈ। ਸੋ ਜਦੋਂ ਵੀ ਆਪਾਂ ਨਰਮੇ ਦੀ ਕਾਸ਼ਤ ਕਰਨੀ ਹੈ ਜੀ ਜਾਂ ਕਪਾਹ ਦੀ ਕਾਸ਼ਤ ਕਰਨੀ ਹੈ ਮਨਿੰਦਰ ਜੀ, ਇਹਨਾਂ ਦਾ ਸਿਆੜਾਂ ਤੋਂ ਸਿਆੜਾਂ ਦਾ ਫਾਸਲਾ ਸੇਮ ਹੈ, ਯਾਨੀ ਕਿ 67.5 ਸੈਂਟੀਮੀਟਰ, ਜਿਸ ਨੂੰ ਆਪਾਂ 2.25 ਫੁੱਟ ਕਹਿ ਦਿੰਦੇ ਹਾਂ। ਇਹ ਇਸ ਕਰਕੇ ਰੱਖਿਆ ਵੀ ਕੋਈ ਵੀ ਟਰੈਕਟਰ ਹੈ ਉਹਦੇ ਮਗਰਲੇ ਪਹੀਆਂ ਦੀ ਚੜਾਈ ਤਕਰੀਬਨ ਇੰਨੀ ਕੁ ਹੁੰਦੀ ਹੈ, ਤਾਂ ਜੋ ਜਦੋਂ ਆਪਾਂ ਗੋਡੀ ਕਰਨੀ ਉੱਗੀ ਹੋਈ ਫਸਲ ਦੇ ਵਿੱਚ ਤਾਂ ਉਹ ਟਰੈਕਟਰ ਕੋਈ ਵੀ ਮਾਡਲ ਹੋਵੇ, ਵੱਡੀ ਪਾਵਰ ਦਾ ਹੋਵੇ, ਛੋਟਾ ਹੋਵੇ, ਉਹਦੇ ਵਿੱਚ ਗੋਡੀ ਕਰਨ ਵਾਸਤੇ ਢੁਕਵਾਂ ਹੁੰਦਾ। ਸੋ ਸਿਆੜਾਂ ਤੋਂ ਸਿਆੜਾਂ ਦਾ ਫਾਸਲਾ 67 ਸੈਂਟੀਮੀਟਰ ਹੈ। ਪਰੰਤੂ ਜਦੋਂ ਆਪਾਂ ਨਰਮੇ ਦੀ ਗੱਲ ਕਰਦੇ ਹਾਂ ਤਾਂ ਨਰਮੇ ਦੀ ਆਮ ਕਿਸਮਾਂ ਵਾਸਤੇ ਬੂਟੇ ਤੋਂ ਬੂਟੇ ਦਾ ਫਾਸਲਾ ਜਿਹੜਾ ਹੈਗਾ ਉਹ 2 ਫੁੱਟ ਹੈ ਜੀ। ਤੇ ਜਿਹੜੀ ਕਪਾਹ ਵਾਲੀ ਕਿਸਮਾਂ ਦਾ ਉਹਦੇ ਵਾਸਤੇ 45 ਸੈਂਟੀਮੀਟਰ, ਤੇ ਜਿਹੜਾ ਸਾਡਾ BT ਨਰਮਾ ਹੈ, ਜਿਹੜੀ ਦੋਗਲੀਆਂ ਕਿਸਮਾਂ ਨੇ ਜੀ, ਉਹ ਮਨਿੰਦਰ ਜੀ 75 ਸੈਂਟੀਮੀਟਰ ਹੈ। ਸੋ ਇਹ ਵੱਖਰੇਵਾਂ ਹੈ ਨਰਮੇ ਦੀਆਂ ਜਿਹੜੀਆਂ BT ਜਾਂ ਕਪਾਹ ਦੀ ਕਿਸਮਾਂ ਵਾਸਤੇ। ਸੋ ਅਗਲਾ ਸਵਾਲ ਗੱਲ ਕਰੀਏ ਤਾਂ ਨਰਮੇ ਕਪਾਹ ਦੀ ਫਸਲ ਨੂੰ ਪਹਿਲਾ ਪਾਣੀ ਕਦੋਂ ਲਾਉਣਾ ਚਾਹੀਦਾ ਹੈ? ਇਹ ਖਾਸ ਸਵਾਲ ਹੈ। ਨਰਮੇ ਤੇ ਕਪਾਹ ਦੀ ਫਸਲ ਨੂੰ ਮਨਿੰਦਰ ਜੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤਾ ਗਿਆ ਹੈ ਕਿ ਪਹਿਲਾ ਪਾਣੀ ਤਕਰੀਬਨ 1 ਮਹੀਨੇ ਮਗਰੋਂ ਜਾਂ ਆਪਾਂ ਕਹਿ ਸਕਦੇ 35 ਦਿਨਾਂ ਮਗਰੋਂ ਸਾਨੂੰ ਲਾਉਣਾ ਹੈ। ਪਰੰਤੂ ਇੱਥੇ ਖਿਆਲ ਇਹ ਰੱਖਣਾ ਹੈ ਵੀ ਕੁਝ ਹਾਲਾਤਾਂ 'ਚ ਕਿਸਾਨ ਵੀਰਾਂ ਦੀ ਜ਼ਮੀਨ ਹਲਕੀ ਜਾਂ ਦਰਮਿਆਨੀ ਹੁੰਦੀ ਹੈ, ਉੱਥੇ ਲਾਇਆ ਹੋਇਆ ਨਰਮਾ ਤਕਰੀਬਨ 25-27 ਦਿਨਾਂ ਤੋਂ ਬਾਅਦ ਕਈ ਵਾਰੀ ਕਮਲਾਉਣ ਲੱਗ ਜਾਂਦਾ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ। ਸੋ ਮੇਰੀ ਇੱਥੇ ਕਿਸਾਨ ਵੀਰਾਂ ਨੂੰ ਇਹ ਅਪੀਲ ਹੋਊਗੀ ਵੀ ਜਿੱਥੇ ਜ਼ਮੀਨਾਂ ਹਲਕੀਆਂ ਜਾਂ ਰੇਤਲੀਆਂ ਨੇ ਉੱਥੇ ਉਹ ਆਪਣਾ ਜਿਹੜਾ ਪਹਿਲਾ ਪਾਣੀ ਹੈ ਉਹ 25 ਤੋਂ ਲੈ ਕੇ 27 ਦਿਨਾਂ ਤੇ ਲਾ ਸਕਦੇ ਆ। ਪਰੰਤੂ ਜਿਹੜੇ ਖੇਤ ਭਾਰੀ ਹੈ, ਜਿਹਨੂੰ ਆਪਾਂ ਜ਼ਿਮੀਂਦਾਰਾਂ ਦੀ ਭਾਸ਼ਾ 'ਚ ਡਾਕਰ ਜ਼ਮੀਨ ਕਹਿੰਦੇ ਆ, ਉਹਨਾਂ ਖੇਤਾਂ ਦੇ ਵਿੱਚ ਕਿਸਾਨ ਵੀਰ 35 ਦਿਨਾਂ ਤੋਂ ਪਹਿਲਾਂ ਜਿਹੜਾ ਹੈਗਾ ਪਹਿਲਾ ਪਾਣੀ ਨਾ ਲਾਉਣ, ਕਿਉਂਕਿ ਜਦੋਂ ਪਾਣੀ ਲੇਟ ਲਾਉਣਗੇ ਤਾਂ ਨਰਮੇ ਦੀ ਜੜ ਵੀ ਡੂੰਘੀ ਜਾਊਗੀ, ਜੜ ਡੂੰਘੀ ਜਾਊਗੀ ਤਾਂ ਤੱਤ ਜ਼ਿਆਦਾ ਮਿਲਣਗੇ ਔਰ ਨਰਮੇ ਦਾ ਜਿਹੜਾ ਵਾਧਾ ਤੇ ਝਾੜ ਚੋਖਾ ਹੋਵੇਗਾ। ਸੋ ਅਗਲਾ ਸਵਾਲ ਹੈ ਕਿ ਨਰਮੇ ਕਪਾਹ ਦੀ ਫਸਲ ਤੋਂ ਚੰਗੇ ਝਾੜ ਲਈ ਕਿਹੜੀਆਂ ਖਾਦਾਂ ਜ਼ਰੂਰੀ ਹੈ ਤੇ ਢੁਕਵਾਂ ਸਮਾਂ ਜਾਂ ਇਹਨਾਂ ਨੂੰ ਸਹੀ ਢੰਗ ਕਿਹੜਾ ਹੈ ਇਹਨਾਂ ਨੂੰ ਵਰਤਣ ਦਾ ਖਾਦਾਂ ਨੂੰ? ਮਨਿੰਦਰ ਜੀ, ਨਰਮੇ ਤੇ ਕਪਾਹ ਦੀ ਕਾਸ਼ਤ ਵਾਸਤੇ ਮੁੱਖ ਤੌਰ ਤੇ ਨਾਈਟ੍ਰੋਜਨ ਤੇ ਫਾਸਫੋਰਸ ਤੱਤ ਸਾਨੂੰ ਲੋੜੀਂਦਾ ਹੁੰਦਾ ਜੀ। ਪਰੰਤੂ ਕੁਝ ਇੱਕ ਹਾਲਾਤ ਜਿੱਥੇ ਹਲਕੀਆਂ ਜ਼ਮੀਨਾਂ ਨੇ ਉਹਨਾਂ ਖੇਤਾਂ 'ਚ ਸਾਨੂੰ ਜ਼ਿੰਕ ਤੇ ਪੋਟਾਸ਼ ਦੀ ਵੀ ਲੋੜ ਪੈਂਦੀ ਹੈ। ਸੋ ਜੇ ਮੈਂ ਗੱਲ ਕਰਾਂ ਜਿੱਥੇ ਕਿਸਾਨਾਂ ਨੇ ਕਣਕ ਤੋਂ ਮਗਰੋਂ ਜਿਹੜੀ ਹੈਗੀ ਹੈ ਫਸਲ ਲਾਈ ਹੈ, ਉੱਥੇ ਅਸੀਂ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਵੀ ਉਹਨਾਂ ਨੂੰ ਡਾਈ ਖਾਦ ਜਿਹੜੀ ਕਿ 27 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਿਫਾਰਿਸ਼ ਕੀਤੀ ਗਈ ਹੈ ਉਹ ਨਾ ਪਾਉਣ, ਕਿਉਂਕਿ ਕਣਕ ਵਾਲੀ ਹੀ ਜਿਹੜੀ ਪਈ ਹੈ ਉਹੀ ਨਰਮੇ ਨੂੰ ਮਿਲ ਜਾਣੀ ਹੈ। ਕਿਉਂਕਿ ਹੁਣੇ ਤੁਸੀਂ ਜਾਣਦੇ ਹੋ ਪਿਛਲੇ ਹਫ਼ਤੇ ਜਿਹੜਾ ਡਾਈ ਦਾ ਜਿਹੜਾ ਥੈਲਾ ਹੈ ਉਹ 150 ਰੁਪਈਆ ਮਹਿੰਗਾ ਹੋ ਗਿਆ, ਹੁਣ 14-1500 ਦਾ ਆਉਂਦਾ। ਸੋ ਉਹਨੂੰ ਪਾਉਣ ਦਾ ਕੋਈ ਫਾਇਦਾ ਨਹੀਂ ਹੋਊਗਾ। ਜਿੱਥੇ ਤੱਕ ਰਹੀ ਨਾਈਟ੍ਰੋਜਨ ਖਾਦ ਜਿਹੜੀ ਕਿ ਯੂਰੀਆ ਦੇ ਰੂਪ 'ਚ ਹੈ, ਉਹ ਮਨਿੰਦਰ ਜੀ ਅਸੀਂ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ 90 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਦੋਗਲੀਆਂ ਕਿਸਮਾਂ ਨੂੰ ਪਾਉਣੀ ਹੈ ਤੇ ਘੱਟ ਤੋਂ ਘੱਟ 2 ਕਿਸ਼ਤਾਂ, ਜ਼ਿਆਦਾ ਤੋਂ ਜ਼ਿਆਦਾ ਜਿਹੜੀ 3 ਕਿਸ਼ਤਾਂ 'ਚ ਪਾਣੀ ਹੈ। ਤੇ ਪਹਿਲੀ ਕਿਸ਼ਤ ਜਿਹੜੀ ਹੈਗੀ ਹੈ ਪਹਿਲੇ ਪਾਣੀ ਮਗਰੋਂ, ਤੇ ਦੂਜੀ ਕਿਸ਼ਤ ਜਦੋਂ ਫੁੱਲ ਪੈਣੇ ਆ ਉਸ ਵੇਲੇ ਜੇ ਪਾ ਦਈਏ ਤਾਂ ਝਾੜ ਸਾਡਾ ਚੋਖਾ ਹੁੰਦਾ। ਸੋ ਡਾਕਟਰ ਸਾਹਿਬ, ਬਰਸਾਤਾਂ ਦੇ ਮੌਸਮ ਦੀ ਗੱਲ ਕਰਾਂਗੇ। ਬਰਸਾਤਾਂ ਦੌਰਾਨ ਟਰੈਕਟਰ ਨਾਲ ਜਾਂ ਹੱਥ ਨਾਲ ਗੋਡੀ ਸੰਭਵ ਨਹੀਂ ਹੁੰਦੀ। ਅਜਿਹੇ ਹਾਲਾਤਾਂ ਵਿੱਚ ਫਿਰ ਨਦੀਨ ਬਹੁਤ ਤੇਜ਼ੀ ਨਾਲ ਵੱਧ ਕੇ ਫਸਲ ਦਾ ਨੁਕਸਾਨ ਕਰਦਾ ਹੈ। ਅਜਿਹੇ ਹਾਲਾਤ ਵਿੱਚ ਕਿਸਾਨ ਵੀਰ ਕੀ ਕਰਨ? ਬਹੁਤ ਤੁਹਾਡਾ ਸਵਾਲ ਇਹੋ ਜਿਹਾ ਜਿਵੇਂ ਮੈਨੂੰ ਲੱਗਦਾ ਵੀ ਤੁਸੀਂ ਵੀ ਨਰਮੇ ਦੀ ਕਾਸ਼ਤ ਨਾਲ ਜੁੜੇ ਰਹੇ ਹੋ। ਸੋ ਅਜਿਹੇ ਹਾਲਾਤਾਂ 'ਚ ਕਿਸਾਨ ਵੀਰਾਂ ਕੋਲੇ 2 ਆਪਸ਼ਨਾਂ ਨੇ, ਕਿਉਂਕਿ ਖੇਤ 'ਚ ਗੋਡੀ ਹੋ ਨਹੀਂ ਸਕਦੀ, ਟਰੈਕਟਰ ਚੱਲ ਨਹੀਂ ਸਕਦਾ, ਤਾਂ ਸਾਡੇ ਕੋਲੇ ਕੈਮੀਕਲ ਜਾਂ ਰਸਾਇਣ ਹੀ ਇੱਕ ਬਦਲ ਹੈ। ਉਹਦੇ ਵਾਸਤੇ ਸਾਡੇ ਕੋਲੇ ਮਨਿੰਦਰ ਜੀ 2 ਦਵਾਈਆਂ ਨੇ। ਇੱਕ ਦਵਾਈ ਦਾ ਨਾਮ ਹੈ ਗ੍ਰੈਮੈਕਸੋਨ ਔਰ ਜਿਹੜੀ ਦੂਜੀ ਦਵਾਈ ਦਾ ਨਾਮ ਹੈ ਉਹ ਗਲੂਫੋਸੀਨੋਟ ਹੈ ਜੀ। ਇਹ ਦੋਨੋਂ ਦਵਾਈਆਂ ਦੇ ਵਿੱਚ ਖਾਸੀਅਤ ਇਹ ਹੈ ਵੀ ਇਹਨਾਂ ਨੂੰ ਕਿਤੇ ਵੀ ਸਪਰੇਅ ਕਰ ਦਿਓਗੇ, ਇਹਨਾਂ ਨੇ ਇਹ ਨਹੀਂ ਦੇਖਣਾ ਕਿ ਇਹ ਫਸਲ ਹੈ ਕਿ ਨਦੀਨ ਹੈ ਜੀ। ਇਹਨਾਂ ਨੇ ਉਸ ਹਰੇ ਮਾਦੇ ਨੂੰ ਖਤਮ ਕਰ ਦੇਣਾ ਜੀ। ਸੋ ਖਾਸ ਖਿਆਲ ਇਹ ਰੱਖਣਾ ਹੈ ਵੀ ਜਦੋਂ ਗ੍ਰੈਮੈਕਸੋਨ ਵਰਤਣੀ ਹੈ ਤਾਂ ਇਹ ਅੱਧਾ ਲੀਟਰ 500 ml ਪ੍ਰਤੀ ਏਕੜ, ਪਰੰਤੂ ਜਦੋਂ ਗਲੂਫੋਸੀਨੇਟ ਵਰਤਣੀ ਹੈ ਉਹ 900 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣੀ ਹੈ। ਔਰ ਕਿਸਾਨ ਵੀਰਾਂ ਨੂੰ ਖਾਸ ਮੈਂ ਇਹ ਅਪੀਲ ਕਰਦਾ ਵੀ ਜਦੋਂ ਇਹ ਦਵਾਈਆਂ ਵਰਤਣੀਆਂ ਤਾਂ ਆਪਣੀ ਨੋਜ਼ਲ ਦੇ ਉੱਪਰ ਹੁੱਡ, ਪ੍ਰੋਟੈਕਟਿਵ ਹੁੱਡ ਜਿਹੜਾ ਹੈਗਾ ਜ਼ਰੂਰ ਚੜਾ ਲੈਣਾ, ਕਿਉਂਕਿ ਜੇ ਇਹ ਦਵਾਈ ਨਰਮੇ ਦੇ ਉੱਤੇ ਪੈ ਗਈ ਤਾਂ ਇਹਨੇ ਨਰਮਾ ਵੀ ਜਲਾ ਦੇਣਾ। ਸੋ ਇਸ ਕਰਕੇ ਜਦੋਂ ਸਿਆੜਾਂ ਦੇ ਵਿਚਾਲੇ ਆਪਾਂ ਨੇ ਸਪਰੇਅ ਕਰਨੀ ਹੈ ਤਾਂ ਪ੍ਰੋਟੈਕਟਿਵ ਹੁੱਡ ਜ਼ਰੂਰ ਪਾਉਣ। ਗ੍ਰੈਮੈਕਸੋਨ ਜਿਹੜੀ ਹੈਗੀ ਅੱਧਾ ਲੀਟਰ ਪ੍ਰਤੀ ਏਕੜ ਢੁਕਵੀਂ ਹੈ, ਤੇ ਜਿਹੜੀ ਗਲੂਫੋਸੀਨੇਟ ਦਵਾਈ ਹੈ ਉਹ 900 ml ਪ੍ਰਤੀ ਏਕੜ ਦੇ ਹਿਸਾਬ ਨਾਲ ਜੇ ਸਪਰੇਅ ਕਰ ਲਈਏ ਬਰਸਾਤਾਂ ਦੇ ਦੌਰਾਨ ਤਾਂ ਜਿੱਥੇ ਸਾਡਾ ਜਿਹੜਾ ਹੈਗਾ ਪੈਸਾ ਵੀ ਬਚਦਾ ਹੈ ਔਰ ਇਹ ਹੈ ਵੀ ਸੌਖਾ ਤੇ ਸਸਤਾ ਸਾਧਨ ਹੈ। ਡਾਕਟਰ ਸਾਹਿਬ, ਇੱਕ ਹੋਰ ਬਹੁਤ ਖਾਸ ਸਵਾਲ ਹੈ। ਕਈ ਵਾਰ ਭਾਰੀ ਬਾਰਿਸ਼ ਮਗਰੋਂ ਜਾਂ ਪਾਣੀ ਲਾਉਣ ਉਪਰੰਤ TB ਨਰਮੇ ਦੇ ਪੱਤੇ ਕੁਮਲਾਉਣ ਮਗਰੋਂ ਬੂਟੇ ਮਰਨ ਲੱਗ ਪੈਂਦੇ ਨੇ। ਹਾਂਜੀ, ਤੇ ਇਸ ਦਾ ਹੁਣ ਇਲਾਜ ਕੀ ਹੈ? ਇਸ ਦਾ
ਇਹ ਜਿਹੜੀ ਮਨਿੰਦਰ ਜੀ ਤੁਸੀਂ ਸਮੱਸਿਆ ਦੱਸੀ ਹੈ ਮੁੱਖ ਤੌਰ ਤੇ ਬੀਟੀ ਨਰਮੇ ਦੇ ਵਿੱਚ ਆਉਂਦੀ ਹੈ। ਜਿਹੜੀ ਆਮ ਕਿਸਮਾਂ ਨੇ ਨਰਮੇ ਦੀ ਜਾਂ ਕਪਾਹ ਦੀ, ਉਹਨਾਂ ਦੇ ਵਿੱਚ ਇਹ ਵਰਤਾਰਾ ਬਹੁਤ ਥੋੜਾ ਹੁੰਦਾ ਹੈ ਜੀ। ਜਿਹੜੀ ਨਰਮੇ ਦੀ ਬੀਟੀ ਕਿਸਮਾਂ 'ਚ ਇਹ ਰੋਗ ਆਉਂਦਾ ਹੈ ਉਸ ਨੂੰ ਮੁੱਖ ਤੌਰ ਤੇ ਪੈਰਾਵਿਲਟ ਰੋਗ ਕਹਿੰਦੇ ਆ ਜੀ। ਔਰ ਇਸ ਰੋਗ ਦਾ ਬਹੁਤ ਹੀ ਸੌਖਾ ਤੇ ਸਸਤਾ ਤੇ ਅਸਰਦਾਰ ਜਿਹੜਾ ਹੈਗਾ ਰੋਕਣ ਦਾ ਤਰੀਕਾ ਹੈ ਕਿ ਤੁਸੀਂ ਕੋਬਾਲਟ ਕਲੋਰਾਈਡ ਨਾਂ ਦੀ ਜਿਹੜੀ ਦਵਾਈ ਹੈ ਉਹ 1 ਗ੍ਰਾਮ ਨੂੰ 100 ਲੀਟਰ ਪਾਣੀ ਦੇ ਵਿੱਚ ਘੋਲਣਾ ਹੈ ਔਰ ਉਸ ਸੋਲੂਸ਼ਨ ਨੂੰ ਸਿਰਫ ਪ੍ਰਭਾਵਿਤ ਹੋਏ ਬੂਟੇ ਜਿਨ੍ਹਾਂ ਦੇ ਉੱਤੇ ਤੁਹਾਨੂੰ ਤਾਜ਼ਾ ਕੁਮਲਾਹਟ ਨਜ਼ਰ ਆ ਰਹੀ ਹੈ, ਕਿਉਂਕਿ ਇਹ ਜਿਹੜੀ ਪੈਰਾਵਿਲਟ ਨਾਂ ਦੀ ਜਿਹੜੀ ਬਿਮਾਰੀ ਹੈ ਇਹਦੇ 'ਚ ਸਭ ਤੋਂ ਪਹਿਲਾਂ ਉੱਪਰਲੇ ਪੱਤੇ ਕੁਮਲਾਉਣਾ ਸ਼ੁਰੂ ਹੁੰਦੇ ਆ। ਜਦੋਂ ਤੁਹਾਨੂੰ ਨਜ਼ਰ ਆ ਗਿਆ ਕਿ ਇਹਦੇ 'ਚ ਇਸ ਬੂਟੇ 'ਚ ਹਲਕੇ ਜਿਹੇ ਪੱਤੇ ਕੁਮਲਾਣੇ ਸ਼ੁਰੂ ਹੋ ਗਏ, ਉਦੋਂ ਮਨਿੰਦਰ ਜੀ ਆਪਾਂ ਇਹਦੀ ਦਵਾਈ ਦਾ ਸਪਰੇਅ ਕਰ ਦੇਣਾ ਹੈ। ਪਰੰਤੂ ਕਿਸਾਨ ਵੀਰ ਗੌਰ ਕਰਕੇ ਰੱਖਣ, ਇਹ ਨਾ ਹੋਵੇ ਵੀ ਉਹ ਬੂਟਾ ਪੂਰੀ ਤਰ੍ਹਾਂ ਕੁਮਲਾ ਚੁੱਕਾ ਹੋਵੇ। ਜੇ ਉਹਨਾਂ ਨੇ ਇਹ ਨੋਟ ਕਰ ਲਿਆ ਵੀ ਕੁਮਲਾਹਟ ਹੁਣੇ ਸ਼ੁਰੂ ਹੋਈ ਹੈ 1 ਅੱਧੇ ਦਿਨ 'ਚ, ਤੇ ਉਸ ਵੇਲੇ ਸਪਰੇਅ ਕਰ ਲੈਣਗੇ ਤਾਂ 100 'ਚੋਂ 100 ਬੂਟੇ ਬਚ ਜਾਣਗੇ। ਪਰੰਤੂ ਇਹ ਨਾ ਹੋਵੇ ਵੀ ਜਿਵੇਂ ਆਪਾਂ ਕਹਿੰਦੇ ਨੇ ਵੀ ਕਵੇਲੇ ਦੀਆਂ ਟੱਕਰਾਂ, ਵੀ ਜੇ ਉਸ ਨੇ ਮਗਰੋਂ ਸਪਰੇਅ ਕੀਤਾ ਜਦੋਂ 50% ਤੋਂ ਜ਼ਿਆਦਾ ਬੂਟੇ ਕੁਮਲਾ ਗਏ, ਫਿਰ ਉੱਥੇ ਇਸ ਦਵਾਈ ਨੇ ਅਸਰ ਨਹੀਂ ਕਰਨਾ। ਔਰ ਸਭ ਤੋਂ ਵੱਡਾ ਖਿਆਲ ਇਹ ਰੱਖਣਾ ਹੈ ਵੀ ਜਦੋਂ ਵੀ ਇਹ ਦਵਾਈ ਸਪਰੇਅ ਕਰਨੀ ਹੈ ਸਿਰਫ ਪ੍ਰਭਾਵਿਤ ਬੂਟਿਆਂ ਤੇ ਹੀ ਸਪਰੇਅ ਕੀਤੀ ਹੋਈ ਇਹ ਅਸਰਦਾਰ ਹੋਊਗੀ। ਕਿਸਾਨ ਵੀਰ ਇਹ ਨਾ ਸਮਝਣ ਵੀ ਮੈਂ ਸਾਰਾ ਖੇਤ ਸਪਰੇਅ ਕਰ ਲਾਂ, ਉਹ ਤੁਹਾਡੀ ਦਵਾਈ ਬੇਕਾਰ ਜਾਊਗੀ, ਤੁਹਾਡਾ ਖਰਚਾ ਵੀ ਬੇਕਾਰ ਜਾਊਗਾ। ਸਿਰਫ ਜਿਨ੍ਹਾਂ ਬੂਟਿਆਂ ਦੇ ਤੁਹਾਨੂੰ ਲੱਛਣ ਨਜ਼ਰ ਆ ਰਹੇ ਆ ਉਹੀ ਬੂਟੇ ਸਪਰੇਅ ਕਰਨੇ ਆ, ਉਹਨਾਂ ਦੇ ਉੱਤੇ ਸਪਰੇਅ ਸਮੇਂ ਸਿਰ ਕਰੋਗੇ ਤਾਂ 100 'ਚੋਂ 100 ਬੂਟੇ ਬਚ ਜਾਂਦੇ। ਡਾਕਟਰ ਸਾਹਿਬ, ਇੱਕ ਆਖਰ 'ਚ ਸਵਾਲ ਹੈ ਕਿ ਤੁਸੀਂ ਜਾਗਰੂਕ ਕਿਵੇਂ ਕਰਦੇ ਹੋ ਕਿਸਾਨਾਂ ਨੂੰ? ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਕੋਈ ਸੈਮੀਨਾਰ ਕੀਤੇ ਜਾਂਦੇ ਨੇ ਜਾਂ ਫਿਰ ਉਹਨਾਂ ਨੂੰ ਬੁਲਾ ਕੇ ਸਮਝਾਇਆ ਜਾਂਦਾ ਵੱਖ-ਵੱਖ ਫਸਲਾਂ ਦੇ ਜ਼ਰੀਏ ਜੋ ਉਹਨਾਂ ਦਾ ਨੁਕਸਾਨ ਨਾ ਹੋਵੇ ਕਿਸਾਨਾਂ ਦਾ? ਮਨਿੰਦਰ ਜੀ, ਜਾਗਰੂਕ ਕਰਨ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੋਲੋਂ 5-6 ਤਰ੍ਹਾਂ ਦੇ ਵੱਖੋ ਵੱਖਰੇ ਤਰੀਕੇ ਨੇ। ਹੁਣ ਉਦਾਹਰਨ ਦੇ ਤੌਰ ਤੇ ਜੇ ਮੈਂ ਗੱਲ ਕਰਾਂ ਤਾਂ ਹਰੇਕ ਮਹੀਨੇ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬੀ ਦੇ ਵਿੱਚ ਔਰ ਅੰਗਰੇਜ਼ੀ ਦੇ ਵਿੱਚ ਪੱਤਰਿਕਾ ਚੰਗੀ ਖੇਤੀ ਜਾਂ ਪ੍ਰੋਗਰੈਸਿਵ ਫਾਰਮਿੰਗ ਦੇ ਨਾਂ ਤੇ ਛਾਪੀ ਜਾਂਦੀ ਹੈ। ਉਹਦੇ ਵਿੱਚ ਉਸ ਮਹੀਨੇ ਦੇ ਦੌਰਾਨ ਜਿਹੜੀ ਫਸਲ ਚੱਲ ਰਹੀ ਹੈ ਉਹਦੇ ਬਾਰੇ ਸਾਰੇ ਰੁਝੇਵੇਂ ਹੁੰਦੇ ਆ। ਇਸ ਤੋਂ ਇਲਾਵਾ ਟੀਵੀ ਟਾਕ, ਰੇਡੀਓ ਟਾਕ, ਕੁਝ ਕਿਸਾਨ ਗੋਸ਼ਟੀਆਂ ਔਰ ਹਰੇਕ ਜ਼ਿਲ੍ਹੇ ਦੇ ਵਿੱਚ ਡਿਸਟ੍ਰਿਕਟ ਲੈਵਲ ਜ਼ਿਲ੍ਹਾ ਪੱਧਰੀ ਕੈਂਪ ਲੱਗਦੇ ਆ ਜਿਹਦੇ ਵਿੱਚ ਜ਼ਿਮੀਂਦਾਰ ਆਉਂਦੇ ਆ ਜੀ। ਉਹਨਾਂ ਨੂੰ ਜੋ ਸਵਾਲ ਜਾਂ ਮੁਸ਼ਕਲ ਦਰਪੇਸ਼ ਆਉਂਦੀ ਹੈ ਅਸੀਂ ਉਹਨਾਂ ਦਾ ਜਵਾਬ ਵੀ ਦਿੰਦੇ ਹਾਂ। ਔਰ ਤੁਹਾਡੀ ਜਾਣਕਾਰੀ ਵਾਸਤੇ ਮੈਂ ਇੱਥੇ ਇਹ ਵੀ ਦੱਸ ਦਿਆਂ ਵੀ ਸਾਡੇ ਕੋਲੇ ਨਰਮਾ ਗਰੋ ਕਰਨ ਵਾਲੇ ਜ਼ਿਮੀਂਦਾਰਾਂ ਦੇ ਮੋਬਾਈਲ ਨੰਬਰ ਹੈਗੇ ਆ। ਇੱਕ ਮੌਸਮ ਮਹਿਕਮੇ ਦੇ ਸਹਿਯੋਗ ਨਾਲ ਅਸੀਂ ਸਕੀਮ ਚਲਾ ਰਹੇ ਹਾਂ ਜਿਹਦੇ ਤਹਿਤ ਅਸੀਂ ਉਹਨਾਂ ਨੂੰ SMS ਭੇਜ ਦਿੰਦੇ ਹਾਂ ਜਾਂ ਵੌਇਸ ਮੇਲ ਭੇਜ ਦਿੰਦੇ ਹਾਂ, ਜਿਹਦੇ ਵਿੱਚ ਇੱਕ ਸਿੰਪਲ ਜਿਹਾ ਸੁਨੇਹਾ ਲਿਖਿਆ ਹੁੰਦਾ ਹੈ ਵੀ ਹੋਰ ਉਦਾਹਰਨ ਦੇ ਤੌਰ ਤੇ ਵੀ ਇਸ ਦਿਨ ਨੂੰ ਬਾਰਿਸ਼ ਹੋਣੀ ਹੈ, ਸੋ ਕਿਸਾਨ ਵੀਰੋ ਇਸ ਦਿਨ ਤੁਸੀਂ ਕੋਈ ਵੀ ਸਪਰੇਅ ਨਾ ਕਰਿਓ ਕਿਉਂਕਿ ਉਹਨਾਂ ਦਾ ਖਰਚਾ ਬਚ ਜਾਊਗਾ। ਸੋ ਉਹ 20-25 ਸਕਿੰਟ ਦੀ ਜਿਹੜੀ ਵੌਇਸ ਮੇਲ ਜਾਂਦੀ ਹੈ ਉਹਦੇ ਮੱਦੇਨਜ਼ਰ ਬਹੁਤ ਸਾਰੇ ਜ਼ਿਮੀਂਦਾਰ ਸਾਡੇ ਨਾਲ ਜੁੜੇ ਹੋਏ ਨੇ ਔਰ ਇਸ ਚੀਜ਼ ਦਾ ਲਾਭ ਲੈ ਰਹੇ ਨੇ। ਸੋ ਡਾਕਟਰ ਸਾਹਿਬ, ਤੁਸੀਂ ਸਾਨੂੰ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਸਾਡੇ ਨਾਲ ਮੌਜੂਦ ਸਨ ਨਰਮੇ ਦੇ ਮਾਹਿਰ ਡਾਕਟਰ ਕੁਲਵੀਰ ਸਿੰਘ, ਜਿਨ੍ਹਾਂ ਨੇ ਨਰਮੇ ਦੀ ਫਸਲ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ, ਕਿਵੇਂ ਬਜਾਈ ਕੀਤੀ ਜਾਵੇ, ਕਿਵੇਂ ਵੱਧ ਝਾੜ ਲਿਆ ਜਾ ਸਕਦਾ ਔਰ ਕਿਵੇਂ ਆਧੁਨਿਕ ਢੰਗ ਨਾਲ ਖੇਤੀ ਕੀਤੀ ਜਾ ਸਕਦੀ। ਅਗਰ ਤੁਹਾਡੇ ਵੀ ਕੋਈ ਖੇਤੀਬੰਦੀ ਸਵਾਲ ਨੇ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਮੈਸੇਜ ਕਰ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਉੱਤਮ ਖੇਤੀ ਦੇ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਉਹ ਸਵਾਲਾਂ ਦੇ ਜਵਾਬ ਜ਼ਰੂਰ ਦਈਏ। ਧੰਨਵਾਦ।